वाहेगुरु वाहेगुरु वाहेगुरु। धन वाहेगुरु धन वाहेगुरु। वाहेगुरु जी का खालसा वाहेगुरु जी की फतेह। दंडोत बंदन अनेक बार सर्व कला समरथ। डोलन तेरा को प्रभु नानक दे कर हाथ। धन गुरु अंगद देव पातशाह दूसरे गुरु नानक ਜਿਹੜੇ ਗੁਰੂ ਨਾਨਕ ਸਾਹਿਬ ਕੋ ਕਿ ਗੁਣ ਲੋਕਾਈ ਵਿੱਚ ਵੰਡ ਰਹੀ ਸੀ ਨਾ, ਉਹ ਗੁਣ ਲੈ ਕੇ ਹੀ ਅਵਤਰਿਤ ਹੋਏ ਨੇ। ਜਿਵੇਂ ਧੰਨ ਗੁਰੂ ਅੰਗਦ ਪਾਤਸ਼ਾਹ, ਉਹਨਾਂ ਦੇ ਕਹਿੰਦੇ ਨੇ ਜਿਵੇਂ ਜੋ ਨੈਣ ਨੇ ਨਾ ਉਹ ਵਿਸ਼ਵਾਸ ਤੇ ਸ਼ਰਧਾ ਦੇ ਨੇ, ਕੰਨ ਦੇ ਜਿਹੜੇ ਉਹ ਭਰੋਸੇ ਦੇ ਨੇ, ਤੇ ਜਿਹੜੇ ਚਰਨ ਨੇ ਉਹ ਭੈ ਦੇ ਨੇ ਕਿ ਸਤਿਗੁਰੂ ਦੇ ਅਦਬ ਸਤਿਕਾਰ ਵਿੱਚ ਰਹਿਣਾ ਹੈ। ਤੇ ਉਹਨਾਂ ਨੇ ਆਪਣੀ ਸੂਰਤ ਨੂੰ ਕਿਵੇਂ ਮੋੜ ਦਿੱਤਾ ਹੈ? ਹੁਕਮ ਤੇ ਰਜ਼ਾ ਵਿੱਚ, ਕਿ ਮਾਲਕ ਦੇ ਹੁਕਮ ਵਿੱਚ ਆਪਣੀ ਸੂਰਤ ਨੂੰ ਲਗਾ ਦਿੰਦਾ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਕਹਿਣ ਉਹ ਸੱਤ ਵਚਨ। ਉਵੇਂ ਦੀ ਕਮਾਈ ਜਿਹੜੀ ਗੁਰੂ ਅੰਗਦ ਪਾਤਸ਼ਾਹ ਨੇ ਕੀਤੀ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਗੁਰੂ ਅੰਗਦ ਪਾਤਸ਼ਾਹ ਵਰਗਾ ਕੋਈ ਸਿੱਖ ਨਹੀਂ। ਵੀ ਐਵੇਂ ਦੀ ਸਿੱਖੀ ਕਮਾਈ। ਜੇ ਸਿੱਖ ਕਿਵੇਂ ਬਣਦਾ ਹੈ, ਸਿੱਖਣਾ ਹੋਵੇ ਤੇ ਅਸੀਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਕੋਲ ਸਿੱਖੀਏ ਕਿ ਕਿਵੇਂ ਦੇ ਸਿੱਖ ਹੋਣੇ ਚਾਹੀਦੇ ਹਨ। ਗੁਰੂ ਅੰਗਦ ਪਾਤਸ਼ਾਹ ਜਦੋਂ 1551 ਵਿੱਚ ਪ੍ਰਕਾਸ਼ ਹੋਇਆ ਤੇ ਬੜੇ ਧਰਮੀ ਪਰਿਵਾਰ ਵਿੱਚ ਹੋਇਆ। ਜਿੱਥੇ ਆਨੰਦ ਕਾਰਜ ਹੋਏ ਨੇ, ਵਿਆਹ ਹੋਇਆ, ਉਹ ਵੀ ਧਰਮੀ ਪਰਿਵਾਰ। ਮਾਤਾ ਖੀਵੀ ਜੀ ਵੀ ਬਹੁਤ ਧਰਮੀ ਨੇ ਤੇ ਹਰ ਸਾਲ ਮਾਤਾ ਦੇ ਦਰਸ਼ਨ ਕਰਨ ਜਾਣਾ। ਤੇ ਇੱਕ ਦਿਨ ਕੀ ਸੁਣ ਲੈਂਦੇ ਨੇ, ਭਾਈ ਜੋਧ ਜੀ ਜੋ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ, ਉਹਨਾਂ ਪਾਸੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਸੁਣ ਲੈਂਦੇ ਨੇ। ਉਹ ਬਾਣੀ ਹਿਰਦੇ 'ਚ ਐਸਾ ਪ੍ਰਭਾਵ ਪਾਉਂਦੀ ਹੈ ਕਿ ਬਾਣੀ ਵੱਲ ਪੂਰੇ ਖਿੱਚੇ ਜਾਂਦੇ ਨੇ। ਜਦੋਂ ਹਿਰਦਾ ਤਿਆਰ ਹੁੰਦਾ ਨਾ ਤੇ ਇੱਕ ਸ਼ਬਦ ਹੀ, ਅਸੀਂ ਪਿਛਲੀ ਵਾਰ ਵੀ ਸ਼ਰਵਣ ਕੀਤਾ ਨਾ, ਇੱਕ ਸ਼ਬਦ ਹੀ ਬਹੁਤ ਹੁੰਦਾ ਹੈ। ਕਬੀਰ ਸਤਿਗੁਰੂ ਸੁਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਕੋਈ ਗਿਰ ਪਰਿਆ ਪਰਾ ਕਰੇਜੇ ਛੇਕ। ਵੀ ਇੱਕ ਬਾਣ ਹੀ ਸਤਿਗੁਰੂ ਸੁਰਮੇ ਦਾ ਬਹੁਤ ਹੈ। ਉਹਨਾਂ ਨੂੰ ਐਵੇਂ ਦਾ ਪ੍ਰਭਾਵ ਹੋਇਆ ਕਿ ਕਹਿੰਦੇ ਕਿ ਮੈਂ ਤੇ ਦਰਸ਼ਨ ਕਰਨੇ ਨੇ ਗੁਰੂ ਨਾਨਕ ਪਾਤਸ਼ਾਹ ਦੇ। ਤੇ ਭਾਈ ਜੋਧ ਜੀ ਨੇ ਪਤਾ ਦੱਸਿਆ ਕਿ ਤੁਸੀਂ ਜਦੋਂ ਮਾਤਾ ਦੇ ਦਰਸ਼ਨ ਕਰਨ ਜਾਂਦੇ ਹੋ ਤੇ ਰਸਤੇ 'ਚ ਕਰਤਾਰਪੁਰ ਵਾਲੀ ਸਾਈਡ ਤੋਂ ਨਿਕਲੋ, ਉੱਥੋਂ ਦੀ ਕਰਤਾਰਪੁਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦੇ ਹੋਏ ਅੱਗੇ ਚਲੇ ਜਾਓ। ਜਦੋਂ ਹੁਣ ਇਸ ਵਾਰੀ ਬੜੀ ਤਾਂਘ ਏ ਔਰ ਘਰ ਤੋਂ ਜਦੋਂ ਚੱਲਣ ਲੱਗੇ ਨੇ ਤੇ ਇਹ ਹੁੰਦਾ ਹੈ ਕਿ ਇਹ ਮਨੋਤ ਮੰਨਦਿਆਂ ਸੀ ਕਿ ਕਿਸੇ ਦਰਵੇਸ਼ ਦੇ, ਪੀਰ ਦੇ, ਫਕੀਰ ਦੇ, ਗੁਰੂ ਦੇ ਦਰਸ਼ਨ ਕਰਨ ਜਾਈਏ ਤੇ ਕੋਈ ਭੇਟਾ ਲੈ ਕੇ ਜਾਈਏ, ਖਾਲੀ ਹੱਥ ਨਾ ਜਾਈਏ। ਕਹਿੰਦੇ ਉਹਨਾਂ ਨੇ ਵੀ ਸੋਚਿਆ ਕਿ ਭੇਟਾ ਲੈ ਕੇ ਜਾਈਏ। ਤੇ ਭੇਟਾ ਵਿੱਚ ਭਾਈ ਲਹਿਣਾ ਜੀ, ਜੋ ਉਹਨਾਂ ਦਾ ਪਹਿਲਾ ਨਾਮ ਕੀ ਹੈ, ਭਾਈ ਲਹਿਣਾ ਜੀ। ਤੇ ਭਾਈ ਲਹਿਣਾ ਜੀ ਕੀ ਭੇਟਾ ਲੈਂਦੇ ਨੇ? ਇੱਕ ਲੂਣ ਦੀ ਸਿੱਲ, ਲੂਣ ਨਮਕ, ਇੱਕ ਲੂਣ ਦੀ ਸਿੱਲ ਤੇ ਇੱਕ ਦੱਬ ਦੀ ਚਟਾਈ, ਇਹ ਭੇਟਾ ਵਿੱਚ ਲੈ ਲੈਂਦੇ। ਤੇ ਭੇਟਾ ਲੈ ਕੇ ਦਰਸ਼ਨ ਕਰਨ ਜਾਂਦੇ ਨੇ ਤੇ ਆਪਣੇ ਜੱਥੇ ਨੂੰ ਕਹਿੰਦੇ ਨੇ ਤੁਸੀਂ ਇੱਥੇ ਰੁਕੋ, ਮੈਂ ਦਰਸ਼ਨ ਕਰਕੇ ਆਇਆ। ਜਦੋਂ ਜੱਥਾ ਰਾਤੀ ਵਿਸ਼ਰਾਮ ਵਾਸਤੇ ਰੁਕਦਾ ਹੈ ਸ਼ਾਮ ਸਮੇਂ, ਤੇ ਇੱਕ ਕਰਤਾਰਪੁਰ ਸਾਹਿਬ ਵੱਲ ਚਲੇ ਜਾਂਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਇਹ ਜਾਣ ਕੇ ਕਿ ਗੁਰਤਾ ਗੱਦੀ ਦੇ ਮਾਲਕ ਆਏ ਨੇ, ਆਪ ਅੱਗੋਂ ਲੈਣ ਜਾਂਦੇ ਨੇ। ਤੇ ਲੈ ਕੇ ਆ ਕੇ ਉਹਨਾਂ ਨੂੰ ਉੱਥੇ ਬਿਠਾ ਕੇ ਤੇ ਆਪ ਛੋਟੀ ਕਹਿੰਦੇ ਨੇ ਦਰਵਾਜ਼ੇ 'ਚੋਂ ਨਿਕਲ ਕੇ ਨਾ ਤੇ ਆਪਣੀ ਮੰਜੀ 'ਤੇ ਵਿਰਾਜਮਾਨ ਹੋ ਜਾਂਦੇ ਨੇ। ਜਦੋਂ ਭਾਈ ਲਹਿਣਾ ਜੀ ਅੱਗੋਂ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਉਸ ਕਮਰੇ 'ਚ ਜਿੱਥੇ ਸੰਗਤ ਬੈਠੀ ਹੈ, ਜਿੱਥੇ ਦੀਵਾਨ ਸਜਿਆ ਹੈ, ਜਦੋਂ ਉੱਧਰ ਜਾਂਦੇ ਨੇ ਤੇ ਕੀ ਵੇਖਦੇ ਨੇ, ਇੱਥੇ ਉਹੀ ਨੇ ਜਿਹੜੇ ਮੈਨੂੰ ਲੈ ਕੇ ਆਏ ਸੀ। ਹੁਣ ਮੱਥਾ ਟੇਕਣ ਤੋਂ ਬਾਅਦ, ਦਰਸ਼ਨ ਕਰਨ ਤੋਂ ਬਾਅਦ ਨਾ ਮਨ 'ਚ ਬੜਾ ਝੋਰ ਹੈ ਕਿ ਬਈ ਮੈਨੂੰ ਲੈਣ ਆਏ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਮੈਂ ਆਇਆ, ਇਹ ਪੈਦਲ ਆਏ ਤੇ ਮੈਂ ਘੋੜੇ ਤੇ ਚੜ੍ਹ ਕੇ ਆਇਆ। ਇਸ ਗੱਲ ਦਾ ਅੰਦਰ ਮਨ ਝੋਰਾ। ਤੇ ਅੱਗੋਂ ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ, ਪੁਰਖਾ ਕਿਉਂ ਝੂਰਦੇ ਹੋ? ਜਦੋਂ ਕਹਿੰਦਾ ਵੀ ਕਿਉਂ ਝੂਰਦੇ ਹੋ, ਤੇ ਮਨ ਦਾ ਬੜਾ ਉਹ ਰੱਖਿਆ। ਕਹਿੰਦੇ ਤੁਸੀਂ ਲੈਣਾ ਹੈ, ਤੁਹਾਡਾ ਕੀ ਨਾਮ ਹੈ? ਕਹਿੰਦੇ ਨੇ ਮੇਰਾ ਨਾਮ ਲੈਣਾ ਹੈ। ਕਹਿੰਦੇ ਤੁਸੀਂ ਲੈਣਾ ਹੈ ਤੇ ਮੈਂ ਦੇਣਾ ਹੈ, ਤੇ ਦੇਣ ਵਾਸਤੇ ਤੁਹਾਡਾ ਭਾਂਡਾ ਤਿਆਰ ਕਰਨਾ ਹੈ, ਤੇ ਮੇਰਾ ਤੁਹਾਨੂੰ ਜਾ ਕੇ ਅੱਗੋਂ ਦੀ ਲੈਣਾ ਹੀ ਬਣਦਾ ਸੀ। ਜਿਹਦੇ ਕੋਲੋਂ ਜਿਹਨੂੰ ਕੁਝ ਦੇਣਾ ਹੈ, ਜੋ ਕੁਝ ਲੈਣ ਆਇਆ ਹੈ, ਲੈਣ ਵਾਲਾ ਜਿਵੇਂ ਅਸੀਂ ਕਹਿ ਦਿੰਦੇ ਨਾ ਕਿ ਵੱਡਾ ਹੋ ਗਿਆ ਸਾਡੇ ਕੋਲ ਕੁਝ ਲੈਣ ਆਇਆ। ਕਹਿੰਦੇ ਕਿ ਮੇਰਾ ਤੁਹਾਨੂੰ ਜਾ ਕੇ ਲੈਣਾ ਹੀ ਬਣਦਾ ਸੀ, ਅੱਗੋਂ ਆਦਰ ਨਾਲ ਲੈ ਕੇ ਆਉਣਾ ਹੀ ਬਣਦਾ ਸੀ। ਤੇ
भाई लैणा जी ने बड़े आदर सत्कार नाल फिर तो दर्शन दीदार करके अपने मन को ठंड पाई तो गुरु साहब के चरणों च मत्था टेकिया तो अपनियां लियाइयां हुई दो वस्तुआं, एक लूण की सिल ते एक दब की चटाई है ना जिहड़ी वो भेटा स्वरूप अगे रखी। जदों अगे रखी तो सारी संगत बड़ी हैरान है कि कोई भी आंदा है दर्शन करन नूं वो बड़ी फल भेटा लैके आंदा है, अनाज लैके आंदा है, कोई पैसे माया कोई वस्त्रां दी भेटा लैके आंदा है। ये बड़ी अलग भेटा है, ऐ ते कोई भी नहीं लैके आया भी लूण की सिल ते दब की चटाई, भी यह किवें दी भेटा लैके आए ने, यह कौन आए ने, कित्थों आए ने। तो महाराज ने भाई लैणा जी ने पूछा भी पुरखा किधर चले हो, तो उन्होंने कहा भी एवं दर्शनां नूं जाना है तो रात्रि विश्राम करो। रात्रि उत्थे जदों भाई लैणा जी विश्राम करते हैं तो की वेखते हैं कि जिथे दर्शनां नूं जा रहे हैं वो देवी दी इत्थे गुरु नानक दे घर झाड़ू की सेवा कर रही है। तो बड़े हैरान होंदे ने। तो सवेरे उठ के फिर जदों दर्शन दीदार होंदे ने, दीवान सजदा है तो गुरु नानक पातशाह पुछदे ने लैणा जी तुसीं गए नहीं अपनी यात्रा नूं अगे। तो लैणा जी की कहंदे ने, कहंदे ने महाराज घरों शहद लैण टुरीए तो रस्ते विच जे अमृत मिल जाए तो शहद लैण जाना अगे होर वाजब है। अमृत मिल गया मैनू रस्ते अंदर, मैं तो इत्थे ही रुकना है तो अपना इत्थे ही भेटा करना है। हुण मेरा दर घर यही है। जदों एवें कहा ना कि महाराज मेरा दर घर यही है तो फिर महाराज ने अगों दी समझाया संगत नूं, जिहड़ी संगत कल विचार कर रही सी, गुरु नानक पातशाह ने समझाया कि जो भेटा लैके आए ने ना, इस भेटा का राज की है। महाराज कहते बड़ी उहदे नाल भेटा लैके आए ने कि की भेंट करना है। यह लूण की सिल लैके आए ने। लूण तो बगैर साडा कोई पदार्थ रसोई का तैयार नहीं होता। लूण तो बगैर सारे नहीं स्वादे कोई नहीं आती। मिर्चा तो बगैर खा सकते हैं, कोई होर मसाले तो बगैर खा सकते हैं, लूण तो बगैर बड़ा औखा है। कहते लूण भेटा कर रहे हैं कि मैं अपना स्वाद अपने जिहड़ा दुनिया का रस कस है ना वो इत्थे भेटा करदा वां कि मैनूं दुनिया तो कुछ नहीं लैना, जो लैना है आप पासों लैना है। असी की करते हैं, असी दुनिया का भी लैना है तो तुहाडे कोलों भी लैना है, तो बीज साडा ना अद्धा पचद्धा रह जाता बोण वास्ते गुरु घर, तो फिर पूरा फलदार वृक्ष नहीं बनता। जिहड़े बीज ने पूरा फलदार वृक्ष बनना है, वृक्ष बनना है, उन्होंने की चाहिए कि वो पूरा का पूरा बीज ही अर्पण होवे। ऐ नहीं कि अद्धा दुनिया च अद्धा इधर अद्धा उधर, इस तरह नहीं। कहते इन्होंने कहा कि मैं दुनिया पूरी आप जी अगे भेंट करती, जिहड़ा रस है दुनिया जिहड़ा मोह मेरा है वो मैं आप जी अगे भेंट करता। तो दब की चटाई, कहते दब की चटाई जी होंगी ना वो एवें बनाते हैं कि बड़ी मुलायम बनती है बैठण नूं। उन्होंने दब दब के कुट कुट के छंड छंड के लताड़ लताड़ के इन्ना पूरा मुलायम कर देंगे ने कि वो बैठण नूं बड़ी चंगी लगे सानूं। लेकिन उन्होंने दब की चटाई बनने वास्ते बड़े ही उस तो प्रोसैस तो गुजरना पैंदा, जिस किन्नी वारी उहदी कुटाई होंदी है, पिटाई होंदी है, उन्होंने लताड़िया जाता है, फिर वो दब की चटाई बैठण योग बनती है। कहते नहीं ये कह रहे हैं कि मैनू जिवें तिवें मर्जी अपने दर ते रख लो, जिहड़ी मर्जी रजा विच जिहड़े मर्जी हुक्म विच रख लो। ये गुरु नानक पातशाह के दर ते आंदे ही भाई लैणा जी ने भेटा कर दिता कि जिवें मर्जी रख लो दाता जी। जदों भाई लैणा जी आए ने उन्हां दी दुनियावी उम्र की है 28 साल। 28 साल की उम्र विच 1504 का जिहड़ा प्रकाश है तो 1534 विच कह रहे हैं कि गुरु साहब के दर करते आ गए ने। हुण जदों आ गए ने तो सेवा कमाई कर रहे हैं, लंगरां विच भी सेवा करनी है, घर की भी सेवा करनी है, लकड़ां की भी सेवा करनी है, घाह की भी सेवा करनी है, गुरबाणी भी सीखनी है, नाम भी जपना है। जो गुरु नानक पातशाह के उत्थे सारे सिख कमाई कर रहे हैं वो कमाई पूरे दिल नाल, पूरे विश्वास नाल, पूरी श्रद्धा नाल भी पूरे चित ला के। सतगुरु की सेवा सफल है जेको करे चित लाए, वो चित ला के पूरी सेवा कर रहे हैं। उस तरह जिवें गुरु नानक पातशाह को भा जाए सा सेवा की सफल है जे सतगुरु का मन मन्ने, भी जिवें सतगुरु का मन मन जाए उवें दी सेवा निभा रहे। हुण जो भांडा तैयार करते हैं गुरु नानक पातशाह वो भांडे की परख भी करते हैं। गुरियाई देण तो पहले जिहड़े गुरु साहब होंदे ने वो परख करते हैं। पहली पातशाही ने दूजी पातशाही की परख की है, दूजी ने तीजी की की है, तीजी ने चौथी की की है। कहते जदों एवें कहते जब सब विद मान्यो मन तब पयो प्रसन्न। जदों हर जगह तो मन मन जाता है तो फिर गुरु साहब प्रसन्न होंदे ने। जो इस तरह देखण लई की है
कि कदी कहते ने जाओ ए चिक्कड़ चों जाके मेरा कटोरा चुक लियाओ। तो ये जाके भाई लैणा जी बिल्कुल नहीं सोचते कि मेरे कपड़े लिबड़े जाएंगे, तो जाके कटोरा चुक के उन्होंने पूरा मांज के सुथरा करके गुरु साहब के अगे रखते हैं। इतों गुरु नानक पातशाह ने देखना सी जिहड़ा आप सेक तो डरदा होए वो दुनिया नूं किवें तारेगा, जिहड़ा आप पाप तो या पापियां तो घबरांदा होए वो पापियां नूं दे पाप किवें दूर करेगा। उन्हां दे पाप दूर करन वास्ते उन्हां कोल घबराना नहीं, उन्हां दे कोल जाके जिवें गुरु नानक पातशाह घर घर जाके पापियां नूं तारिया ना, वो स्थिति देखनी महाराज ने। कहते कोला लिया के उन्होंने धो के पूरा साफ करके गुरु साहब दे अर्पण किया। जे गुरु साहब ने गुरु नानक पातशाह ने कहा ए जंड दे वृक्ष ते चढ़ जाओ तो इनू हिलाओ तो मिठाई गिरेगी तो पूरी संगत नूं वंडो। उस टाइम बड़ किन्ने हज़ारां की गिनती संगत बैठी हुई सी। जंड के वृक्ष से नॉर्मल देखो तो कोई फल बूटे भी सोहने नहीं लगते, तो वो महाराज के कहने ते फट उपर चढ़ गए तो हिलाया तो मिठाइयां गिरियां तो संगत विच वंडियां। जे गुरु साहब ने कहा भी जिहड़ी चदरां भाई लैणा जी ने दिने धो के सुका के तह लगा के रखियां ने, राती महाराज ने उठाल के फिर कहता भाई लैणिया ए चदरां धो के सुका के लैके आ। एक प्रश्न नहीं किया महाराज ने कि भी ये चदरां मैलियां नहीं, महाराज मैं शामी धोतियां ने सुकाइयां ने। और चदरां धोण चले गए तो वो सुकाण भी लग गए, तो चदरां गुरु की कृपा हुक्म दे मनण की जिहड़ी वो प्रसाद है ना, चदरां सुखियां भी राती बिना सूरज तो चदरां सुखियां पाई लैणा जी दियां ते लैके चदरां तय लगा के फिर वापस ले आए। ऐ नहीं कहा कि महाराज पूरा दिन सेवा में लगे रहने अमृत वेला भी करना है तो तुसीं राती भी नहीं सौण दिंदे, एवें दी कोई गल नहीं कही महाराज। दब की चटाई है ना, जिन्ना मर्जी दब लो उवें दब के रहे, कहते जिन्ना जो मर्जी हो जाए दर घर नहीं छड़ना, इत्थों दात प्रसाद लैना है। गुरु नानक पातशाह के चरणों तो इलावा गुरु अंगद पातशाह ने भाई लैणा जी ने किसी चीज़ को वेख्या ही नहीं, सिर्फ चरणों में ध्यान ते सत बचन, दो ही काम करने ने, चरणों में ध्यान ते सत बचन। जे गुरु नानक पातशाह ने कहा लैणिया किन्नी रात बाकी है, महाराज जिन्नी तुहाडे हुक्म विच बीत गई है वो बीत गई है, तो जिहड़ी तुहाडे हुक्म विच रहिंदी है वो रहिंदी है। महाराज तो यह पूछ रहे सी तेरे अंदर किन्ना नेरा बाकी है, किन्ना नेरा बाकी है। अगों गुरु भाई लैणा जी कहते हैं महाराज तुहाडे भाणे हुक्म विच जिन्ना नेरा तुसीं कढ दिता है वो निकल गया, तो जिन्ना हाले तुहाडे भाणे च रहिंदा है वो अंदर है। महाराज का प्रकाश जो गुरु नानक महाराज का प्रकाश अंदर होएगा घट विच, ते प्रकाश नूं तो पता ही नहीं नेरे बारे, जो अंदर वो प्रकाश जोत टिकनी है तो नेरे ने चले जाना है ना। महाराज जिन्ना तुहाडे भाणे अंदर रहिंदा है वो रहिंदा है, जिहड़ा तुहाडे भाणे अंदर बीत गया वो बीत गया। जे महाराज ने पूछ लिता मेरी तली ते की है, सारिया ने कहते पैसा ही तो है अंब दी तली ते अगों भाई लैणा जी ने की किया सब निधान दस अष्ट सिधान ठाकुर कर तल। महाराज आप जी तली ते सारे ब्रह्मांडा की बरकतां ने सब कुछ ने, मेरी इन्नी योग्यता ही कित्थे कि मैं दसां कि तुहाडी तली ते की है, आप जी जानते हो आप दी तली ते की है। इन्नी शरधा कि पार ब्रह्म गुर नाही भेद, नानक सोधै सिमरत वेद पार ब्रह्म गुर नाही भेद। गुरु नानक को की जान के पूजया, अकाल पुरख पार ब्रह्म जान के पूजया, तो इस इहो भावना नाल सेवा की। कहते बाबा बुढ़ा साहब जी के इतिहास में आंदा जिक्र कि जदों गुरु 6वें पातशाह गुरु हरगोबिंद पातशाह ने दूसरा जंग जितया ना, दूसरा जंग जितन तो बाद बाबा बुढ़ा साहब जी ने कहा कि कोई वड्डे गुरुआं की कोई गल सुनाओ, कोई बचन सुनाओ। तो अगों बाबा बुढ़ा साहब जी कहते ने जदों पहले गुरां ने वड्डे गुरां ने गुरु नानक पातशाह ने भयानक रूप ताणक रूप धारण किया ना, ताणक रूप राह करतार जदों ताणक रूप भयानक रूप धारण कर लिता, कहते उन्हां दा इन्ना जलाल सी मुख ते इन्ना और सी कि चलिया नहीं जा रहा सी। पहले उन्होंने की किया लंगर मस्ताने करते कि वर्खा नहीं हुई अनाज नहीं होया, तो कई तो भुख नाल दौड़ गए। जदों बारिश पई बहुत अनाज होया तो फिर कहता जिन्ना अनाज होया इनू अग ला दो, तो कई ऐ सुन के दौड़ गए कि महाराज ऐ कि भी मुश्किल अनाज होया तो इनू अग लगा दिए। कहते फिर महाराज ने कईयां नू गुस्सा किया बहुत, वो गुस्से नाल दौड़ गए। कहते फिर महाराज अगे अगे जा रहे हैं, अपना आसा सी ना हाथ में आसा हथ किताब कचकूजा वो सोटा लै गए। कहते फिर कईयां नू सोटे नाल मारिया, फिर कई मार नाल दौड़ गए। पहले तो कई सिख जड़े जिन्होंने दात नहीं मिलती भुखे आते हैं ना, वो दौड़ जाते हैं सू दात नहीं मिली सन 10 दिन हो गए आते। कहते फिर जिन्होंने गुस्सा संगत भी जो कोई बोल सहना पै जाता ना वो भी चले जाते हैं।
ਉਹ ਇੱਥੇ ਸੰਗਤ ਠੀਕ ਨਹੀਂ, ਆਪਣੇ ਆਪ ਨੂੰ ਜ਼ਿਆਦਾ ਸਮਝ ਹੁੰਦਾ ਨਾ ਮਾਣ ਆਪਣੇ ਉੱਪਰ, ਇਹ ਸੰਗਤ ਠੀਕ ਨਹੀਂ, ਉਹ ਵੀ ਦੌੜ ਜਾਂਦੇ ਨੇ। ਫਿਰ ਕਈਆਂ ਨੂੰ ਗੁਰੂ ਸਾਹਿਬ ਸੰਗਤ ਵਿੱਚ ਲਿਆ ਕੇ ਉਹਨਾਂ ਦਾ ਭਾਂਡਾ ਤਿਆਰ ਕਰਨ ਵਾਸਤੇ ਉਹਨਾਂ ਨੂੰ ਦੁੱਖ ਦਿੰਦੇ ਨੇ ਵੀ ਜਲਦੀ ਭਾਂਡਾ ਤਿਆਰ ਕਰਨਾ ਹੈ, ਆਪਣੇ ਵੱਲੋਂ ਤੇ ਗੁਰੂ ਸਾਹਿਬ ਕਿਰਪਾ ਕਰ ਰਹੇ ਹੁੰਦੇ ਨੇ, ਤੇ ਕਹਿੰਦੇ ਕਈ ਫਿਰ ਦੁੱਖ ਤੋਂ ਦੌੜ ਜਾਂਦੇ ਨੇ। ਜਦੋਂ ਫਿਰ ਛੋਟੇ ਭਾਈ ਕਈ ਤਾਂ ਦੌੜ ਗਏ, ਤੇ ਫਿਰ ਕਹਿੰਦੇ ਫਿਰ ਜਦੋਂ ਗੁਰੂ ਸਾਹਿਬ ਦੀ ਖੁਸ਼ੀ ਆਉਂਦੀ ਹੈ ਜਾਂ ਦਿਆ ਕਰਦੇ ਨੇ ਤੇ ਮਾਇਆ ਦਿੰਦੇ ਨੇ, ਤੇ ਫਿਰ ਅੱਗੇ ਅੱਗੇ ਕੀ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਮਾਇਆ ਹੀਰੇ ਮੋਤੀ ਲੁਟਾਇਆ। ਤੇ ਫਿਰ ਕਈ ਉਹ ਮਾਇਆ ਲੈ ਕੇ ਘਰ ਨੂੰ ਦੌੜ ਗਏ ਵੀ ਇਸ ਤੋਂ ਵੱਡੀ ਹੁਣ ਕੀ ਚੀਜ਼ ਬਣਨੀ ਸੀ। ਵੀ ਕਈ ਫਿਰ ਮਾਇਆ ਲੈ ਕੇ ਨਾ ਦੁੱਖ ਦਾਰੂ ਸੁੱਖ ਰੋਗ ਪਿਆ ਉਹਨਾਂ ਵਾਸਤੇ ਸੁੱਖ ਰੋਗ ਹੀ ਹੋ ਜਾਂਦਾ, ਫਿਰ ਉਹ ਘਰ ਹੀ ਬਹਿ ਜਾਂਦੇ ਨੇ। ਜਿਨ੍ਹਾਂ ਦੇ ਕੋਲ ਜ਼ਿਆਦਾ ਮਾਇਆ ਲੱਗੀਆਂ ਹੁੰਦੀਆਂ ਨੇ ਨਾ ਘਰ, ਉਹੀ ਗੁਰੂ ਘਰ ਨਹੀਂ ਆਉਂਦੇ। ਜਿਹੜੀਆਂ ਉਹੀ ਕਈ ਵਾਰੀ ਹੋ ਜਾਂਦਾ ਵੀ ਦੁੱਖ ਦਾਰੂ ਸੁੱਖ ਰੋਗ ਪਿਆ, ਸੁੱਖ ਰੋਗ ਹੀ ਬਣ ਜਾਂਦਾ ਉਹਨਾਂ ਲਈ। ਕਹਿੰਦੇ ਉਹ ਕਈ ਮਾਇਆ ਲੈ ਕੇ ਚਲੇ ਗਏ, ਤੇ ਕਹਿੰਦੇ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਜਲਾਲ ਇੰਨਾ ਵੱਧ ਗਿਆ, ਤੇ ਗੁਰੂ ਸਾਹਿਬ ਜੰਗਲ ਵਿੱਚ ਜਾ ਕੇ ਇਹ ਹੁਕਮ ਕਰਤਾ ਮੁਰਦੇ ਨੂੰ ਖਾਓ, ਇਸ ਮੁਰਦੇ ਨੂੰ ਖਾਓ। ਕਹਿੰਦੇ ਜੋ ਗੁਰੂ ਸਾਹਿਬ ਨੇ ਇਹ ਹੁਕਮ ਕੀਤਾ ਨਾ, ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਨੇ ਸਿਰਫ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਪਾਸ ਬਾਝੋਂ ਹੋਰ ਕੋਈ ਨਹੀਂ ਸਤਿਗੁਰਾਂ ਦੇ ਅੱਗੇ ਨਿਤਰਿਆ, ਸਾਰੇ ਓਲੇ ਹੋ ਗਏ। ਤੇ ਗੁਰੂ ਅੰਗਦ ਪਾਤਸ਼ਾਹ ਭਾਈ ਲਹਿਣਾ ਜੀ ਨੇ ਆ ਕੇ ਕਿਹਾ ਮਹਾਰਾਜ ਆਗਿਆ ਕਰੋ, ਸਿਰ ਵਾਲੇ ਪਾਸੋਂ ਖਾਣਾ ਹੈ ਕਿ ਚਰਨਾਂ ਵਾਲੇ ਪਾਸੋਂ ਸ਼ੁਰੂ ਕਰਨਾ ਹੈ। ਇੰਨੀ ਆਗਿਆ ਦਾ ਪਾਲਣ, ਇਹ ਨਹੀਂ ਕਿ ਮੁਰਦਾ ਖਾਣਾ ਹੈ, ਕਿ ਇਹ ਕਿਹੜੇ ਪਾਸੋਂ ਖਾਣਾ ਹੈ। ਤੇ ਫਿਰ ਉਸ ਸਮੇਂ ਇੰਨੀ ਕਿਰਪਾ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਦੀ, ਉਹਨਾਂ ਨੇ ਕਿਹਾ ਭਾਈ ਲਹਿਣਾ ਜੀ ਸਾਰੇ ਓਲੇ ਹੋ ਗਏ ਨੇ, ਤੁਸੀਂ ਕਿਉਂ ਨਹੀਂ ਓਲੇ ਹੋਏ? ਵੀ ਇੰਨਾ ਮੇਰਾ ਧਾਨਕ ਰੂਪ ਦੇਖ ਕੇ ਸਾਰੇ ਓਲੇ ਹੋ ਗਏ ਨੇ, ਤੁਸੀਂ ਕਿਉਂ ਨਹੀਂ ਓਲੇ ਹੋਏ? ਤੇ ਅੱਗੋਂ ਗੁਰੂ ਅੰਗਦ ਪਾਤਸ਼ਾਹ ਕੀ ਕਹਿੰਦੇ ਨੇ, ਮਹਾਰਾਜ ਮੈਂ ਓਲੇ ਕਿਸ ਪਾਸੋਂ ਹੋਵਾਂ, ਕਿੱਧਰ ਜਾਵਾਂ? ਮੇਰਾ ਤੇ ਕੋਈ ਹੈ ਹੀ ਨਹੀਂ, ਮੇਰੇ ਤੇ ਓਲੇ ਵੀ ਤੁਸੀਂ ਹੋ, ਮੇਰਾ ਸਹਾਰਾ ਤੁਸੀਂ ਹੋ, ਮੇਰਾ ਸਭ ਕੁਝ ਤੁਸੀਂ ਹੋ। ਮੈਂ ਤੁਹਾਡੇ ਚਰਨਾਂ ਤੋਂ ਇਲਾਵਾ ਨਾ ਕੁਝ ਤੱਕਿਆ ਤੇ ਨਾ ਕੁਝ ਤੱਕਣਾ ਹੈ, ਮੇਰੇ ਕੋਲ ਕੁਝ ਹੈ ਹੀ ਨਹੀਂ। ਮੈਂ ਜਾਵਾਂ ਕਿਤੇ, ਦੂਸਰਿਆਂ ਪਾਸੋਂ ਕੋਈ ਹੋਣਗੀਆਂ ਥਾਵਾਂ ਜਿੱਥੇ ਉਹ ਗਏ ਨੇ, ਮੇਰੇ ਪਾਸ ਆਪ ਜੀ ਇਲਾਵਾ ਕੋਈ ਥਾਂ ਨਹੀਂ। ਮਹਾਰਾਜ ਮੈਂ ਆਪ ਜੀ ਤੋਂ ਇਲਾਵਾ ਕਿਸੇ ਨੂੰ ਜਾਣਦਾ ਹੀ ਨਹੀਂ। ਅਨੰਨਿਆ ਭਗਤੀਆਂ ਨੂੰ ਕਹਿੰਦੇ ਨੇ ਕਿ ਆਪ ਜੀ ਤੋਂ ਇਲਾਵਾ ਕਿਸੇ ਨੂੰ ਜਾਣਦਾ ਨਹੀਂ, ਕਿਸੇ ਨੂੰ ਮੰਨਦਾ ਨਹੀਂ, ਕਿਸੇ ਨੂੰ ਤੱਕਦਾ ਨਹੀਂ, ਕਿਸੇ ਨੂੰ ਸੁਣਦਾ ਨਹੀਂ। ਵੀ ਮੇਰੀ ਤੇ ਜਿਹੜੀ ਹੁਣ ਨਾ ਕਿ ਆਪ ਤਰੇ ਕੋਈ ਆਪ ਕਹਿੰਦੇ ਨਾ ਸੀ ਵੀ ਜਦੋਂ ਦੇ ਤੁਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਕਿ ਮੇਰੀ ਅੱਖ ਤੱਲੇ ਕੋਈ ਹੋਰ ਆਂਦਾ ਹੀ ਨਹੀਂ, ਜਦ ਤੇ ਤੁਸੀਂ ਮੈਨੂੰ ਪਾਏ ਹੋ ਮੈਨੂੰ ਕੋਈ ਹੋਰ ਪਾਉਂਦਾ ਹੀ ਨਹੀਂ, ਕਹਿੰਦੇ ਮਹਾਰਾਜ। ਐਵੇਂ ਉਹਨਾਂ ਨੇ ਜਦੋਂ ਵਡਿਆਈ ਕੀਤੀ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੂੰ ਗਲੇ ਨਾਲ ਲਗਾ ਕੇ ਲਹਿਣੇ ਤੋਂ ਅੰਗਦ ਬਣਾਤਾ, ਅੰਗ ਨਾਲ ਲਗਾ ਕੇ ਅੰਗਦ ਬਣਾਤਾ। ਤੇ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋ ਸਮਾਨ ਦਾ ਸਮਾਂ ਵੀ ਨੇੜੇ ਸੀ, ਤੇ ਜਿੰਦੇ ਜੀ ਇਹ ਪਹਿਲੀ ਵਾਰ ਹੋਇਆ ਦੁਨੀਆ ਅੰਦਰ ਜਦੋਂ ਕੋਈ ਜਿੰਦੇ ਜੀ ਗੁਰੂ ਆਪਣੀ ਗੱਦੀ ਤੇ ਕਿਸੇ ਹੋਰ ਨੂੰ ਵਿਰਾਜਮਾਨ ਕਰਾਉਂਦੇ ਨੇ। ਤੇ ਆਪਣੀ ਗੱਦੀ ਤੇ ਗੁਰੂ ਅੰਗਦ ਪਾਤਸ਼ਾਹ ਨੂੰ ਅੰਗ ਨਾਲ ਲਗਾ ਕੇ ਅੰਗਦ ਬਣਾ ਕੇ ਆਪਣੀ ਗੱਦੀ ਤੇ ਵਿਰਾਜਮਾਨ ਕਰਾਇਆ। ਤੇ ਆਪਣੀ ਗੱਦੀ ਤੇ ਵਿਰਾਜਮਾਨ ਕਰਾ ਕੇ ਤਿਲਕ ਕੀਤਾ, ਨਾਰੀਅਲ ਰੱਖਿਆ, ਪਰਿਕਰਮਾ ਕੀਤੀ, ਮੱਥਾ ਟੇਕਿਆ। ਸੁਰਤ ਜੋੜੋ ਜਿਵੇਂ ਇੱਥੇ ਤਖਤ ਸਾਹਿਬ ਤੇ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ। ਇੱਥੇ ਕਦੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਵਿਰਾਜਮਾਨ ਕਰਾ ਕੇ ਪਰਿਕਰਮਾ ਕੀਤੀ ਤੇ ਆਪ ਐਵੇਂ ਸੰਗਤ ਵਿੱਚ ਖੜੇ ਨੇ। ਜਦੋਂ ਐਵੇਂ ਸੰਗਤ ਵਿੱਚ ਖੜੇ ਨੇ ਤੇ ਜਿਹੜੇ ਗੁਰੂ ਅੰਗਦ ਪਾਤਸ਼ਾਹ ਨੇ ਨਾ ਹੁਕਮ ਦੇ ਬੱਜੇ, ਜਿਵੇਂ ਬਾਕੀ ਸਭ ਹੁਕਮਾਂ ਦੀ ਪਾਲਣਾ ਕਰ ਰਹੇ ਸੀ ਨਾ, ਉਵੇਂ ਹੀ ਹੁਕਮ ਦੇ ਬੱਜੇ ਗੱਦੀ ਤੇ ਬੈਠ ਗਏ। ਉਹਨਾਂ ਨੇ ਤਾਂ ਵੀ ਨਹੀਂ ਕਿਹਾ ਕਿ ਮਹਾਰਾਜ ਮੈਨੂੰ ਗੱਦੀ ਤੇ ਕਿਉਂ ਬਿਠਾ ਰਹੇ ਹੋ। ਜਦੋਂ ਗੱਦੀ ਤੇ ਐਵੇਂ ਬਿਠਾ ਦਿੱਤਾ ਤੇ ਕੀ ਹੋਇਆ, ਸਾਰੀ ਬ੍ਰਹਮਾਂਡ ਦੀ ਜਿਹੜੀ ਤਾਕਤਾਂ ਨੇ ਨਾ ਉਹ ਆ ਕੇ ਹੱਥ ਬੰਨ੍ਹ ਕੇ ਗੁਰੂ ਅੰਗਦ ਪਾਤਸ਼ਾਹ ਪਾਸ ਖੜੀਆਂ ਹੋ ਗਈਆਂ। ਜਿੰਨੀਆਂ ਲੋਕ ਪ੍ਰਲੋਕ ਵਿੱਚ ਤਾਕਤਾਂ ਸੀ ਸਾਰੀਆਂ ਤਾਕਤਾਂ ਦਾਸੀ ਬਣ ਕੇ ਜਦੋਂ ਖੜੀਆਂ ਹੋ ਗਈਆਂ ਤੇ ਗੁਰੂ ਅੰਗਦ ਪਾਤਸ਼ਾਹ ਕਹਿੰਦੇ ਨੇ ਮਹਾਰਾਜ ਇਹਨਾਂ ਦਾ ਕੀ ਕਰਨਾ ਹੈ? ਤੇ ਅੱਗੋਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪੁਰਖਾ ਇਹ ਗੁਰਤਾ ਦੀ ਦਾਸੀਆਂ ਨੇ, ਇਹ ਤਾਕਤਾਂ ਇਹ ਗੁਰਤਾ ਦੀ ਦਾਸੀਆਂ ਨੇ, ਇਹ ਸਦਾ ਹੱਥ ਬੰਨ੍ਹ ਕੇ ਤੁਹਾਡੇ ਕੋਲ ਖੜੀਆਂ ਰਹਿਣਗੀਆਂ, ਜਦੋਂ ਤੁਸੀਂ ਚਾਹੋ ਇਹਨਾਂ ਨੂੰ ਵਰਤ ਸਕਦੇ ਹੋ। ਤੇ ਗੁਰੂ ਅੰਗਦ ਪਾਤਸ਼ਾਹ ਨੇ ਉਹ ਅਜਰ ਸ਼ਕਤੀ ਨੂੰ ਇੰਨਾ ਜਰਿਆ ਕਿ ਸ਼ਕਤੀ ਨੂੰ ਵਰਤੋਂ ਨਹੀਂ ਕੀਤੀ, ਪਰ ਉਹ ਸ਼ਕਤੀ ਅੰਦਰ ਐਸੀ ਜਿਹੜੇ ਨੈਣਾ ਨੇ 7 ਸਾਲ 28 ਸਾਲ ਦੀ ਉਮਰ ਵਿੱਚ ਜਦੋਂ ਆਏ ਨੇ, 7 ਸਾਲ ਕਮਾਈ ਕੀਤੀ ਹੁਕਮ ਪਾਲਣ ਕਰਨ, ਹੁਕਮ ਦੀ ਰਜਾ ਦੀ। ਤੇ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ ਤੇ 35 ਸਾਲ ਦੀ ਉਮਰ, 7 ਸਾਲ ਬਾਅਦ 7 ਸਾਲ ਜਿਹੜੇ ਨੈਣਾ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੋਂ ਇਲਾਵਾ ਕੁਝ ਤੱਕਿਆ ਹੀ ਨਹੀਂ, ਉਹ ਨੈਣਾ 'ਚੋਂ ਸ਼ਕਤੀ ਵਹਿਣ ਲੱਗ ਗਈ ਜੀ। ਜਿਵੇਂ ਕਹਿੰਦੇ ਸ਼ਕਤੀ ਅੰਦਰੋਂ ਦੀ ਬਾਹਰ ਨਿਕਲ ਕੇ ਆ ਰਹੀ ਹੈ। ਐਵੇਂ ਇਹ ਜੀ ਭੱਟ ਸਾਹਿਬਾਨ ਸਵਈਏ ਵਿੱਚ ਕਹਿੰਦੇ ਨੇ, ਜਾਕੀ ਦ੍ਰਿਸ਼ਟ ਅੰਮ੍ਰਿਤ ਧਾਰ
ਗੁਰੂ ਅੰਗਦ ਪਾਤਸ਼ਾਹ ਦੀ ਦ੍ਰਿਸ਼ਟ ਕਿਵੇਂ ਦੀ ਹੋ ਗਈ ਹੈ? ਅੰਮ੍ਰਿਤ ਵਰਸਾਉਣ ਵਾਲੀ। ਜਾਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖੰਨ ਉਤਾਰ, ਜਿਹੜੀ ਕਾਲਕ ਅੰਦਰ ਹੁੰਦੀ ਹੈ ਉਹਨੂੰ ਪੁੱਟ ਕੇ ਬਾਹਰ ਕੱਢ ਦਿੰਦੀ ਹੈ। ਐਵੇਂ ਦੀ ਹੋ ਗਈ ਜਾਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਕ ਖੰਨ ਉਤਾਰ। ਜਿਹੜੇ ਉਹਨਾਂ ਦੇ ਦਰ ਤੇ ਦਰਸ਼ਨ ਕਰਨ ਆਉਂਦੇ ਨੇ ਨਾ, ਉਹਨਾਂ ਦੇ ਜਿਹੜੇ ਡੇਰੇ ਨੇ ਅੰਦਰ ਦਰਸ਼ਨ ਕਰਨ ਨਾਲ, ਉਹ ਸਾਰੇ ਉਹਨਾਂ ਦੇ ਦੁਆਰ ਤੇ ਦਰਸ਼ਨ ਕਰਨ ਵਾਲਿਆਂ ਦੇ ਅੰਦਰ ਜਿਹੜੇ ਅਗਿਆਨਤਾ ਦੇ ਹਨੇਰੇ ਨੇ ਨਾ, ਤਿਮਰ ਅਗਿਆਨ ਦੇ ਅੰਧੇਰੇ ਨੇ, ਉਹ ਚਲੇ ਜਾਂਦੇ ਨੇ ਜਾਹੇ ਦਰਸ ਦੁਆਰ। ਉਹਨਾਂ ਦੇ ਸਿਰਫ ਦਰ ਦੇ ਦਰਸ਼ਨ ਕਰਨ ਨਾਲ ਇੰਨੀ ਸ਼ਕਤੀ ਵਹਿ ਰਹੀ ਹੈ ਉੱਥੇ। ਕਹਿੰਦੇ ਜਦੋਂ ਗੁਰੂ ਸਾਹਿਬ ਨੂੰ ਉੱਥੇ ਆਸਨ ਦੇ ਆਪਣੇ ਵਿਰਾਜਮਾਨ ਕਰਵਾਇਆ ਤੇ ਕਿਵੇਂ ਦਾ ਜਾਪਿਆ? ਜਿਵੇਂ ਲਹਿਣੇ ਦੀ ਫਹਿਰਾਈਏ ਨਾਨਕਾ ਦੋਹੀ ਖਟੀਏ। ਜਿਵੇਂ ਕੋਈ ਚੱਕਰਵਰਤੀ ਰਾਜਾ ਹੁੰਦਾ ਹੈ ਨਾ, ਉਹ ਸਾਰੇ ਪਾਸੇ ਆਪਣੀ ਜਿੱਤ ਦਾ ਡੰਕਾ ਵਜਾ ਕੇ ਫਿਰ ਆਪਣੇ ਰਾਜ ਸਿੰਘਾਸਨ ਤੇ ਵਿਰਾਜਮਾਨ ਹੁੰਦਾ ਹੈ ਜਾਂ ਕਿਸੇ ਨੂੰ ਵਿਰਾਜਮਾਨ ਕਰਵਾਉਂਦਾ ਹੈ, ਉਹ ਅਵਸਥਾ ਬਣ ਗਈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਨਾ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਇਆ, ਉਹ ਸਾਰੀ ਪ੍ਰਿਥਵੀ ਨੂੰ ਤਾਰਦੇ ਹੋਏ ਕਰਤਾਰਪੁਰ ਜਦੋਂ ਆਪਣੇ ਆਸਨ ਤੇ ਗੁਰੂ ਅੰਗਦ ਪਾਤਸ਼ਾਹ ਨੂੰ ਵਿਰਾਜਮਾਨ ਕਰਾਇਆ ਤੇ ਕਹਿੰਦੇ ਨੇ ਧੁਰ ਦਰਗਾਹ ਤੋਂ ਵੀ ਨੂਰ ਵਸਣ ਲੱਗ ਪਿਆ। ਇੰਨੀ ਜ਼ਿਆਦਾ ਉਸਤਤ ਹੋਈ ਗੁਰੂ ਅੰਗਦ ਪਾਤਸ਼ਾਹ ਦੀ ਵੀ ਜਿਨ੍ਹਾਂ ਨੂੰ ਚਾਹੇ ਕੋਈ ਨਹੀਂ ਵੀ ਜਾਣਦਾ ਸੀ ਨਾ ਗੁਰੂ ਅੰਗਦ ਪਾਤਸ਼ਾਹ ਨੂੰ, ਉਹਨਾਂ ਨੂੰ ਸਾਰੀ ਲੋਕਾਈ ਸਾਰੇ ਨੌਖੰਡਾਂ ਵਿੱਚ ਉਹਨਾਂ ਦੀ ਜੈ ਜੈਕਾਰ ਹੋਣ ਲੱਗ ਪਈ। ਤੇ ਜਿਹੜੇ ਅਸੀਂ ਸਵਈਏ ਜਿਹੜੇ ਹੁੰਦੇ ਨੇ ਹਰ ਰੋਜ਼ ਪੜ੍ਹ ਕੇ ਵੰਦਨਾ ਕਰਦੇ ਆ ਨਾ ਕਿ ਨੂਰ ਅਰਸੋਂ ਪੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਇਹ ਗੁਰੂ ਅੰਗਦ ਪਾਤਸ਼ਾਹ ਲਈ ਤਾਂ ਉਚਾਰੇ ਕਹਿੰਦੇ ਕਿ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਪੱਟ ਸਾਹਿਬਾਨਾਂ ਨੇ ਗੁਰੂ ਅੰਗਦ ਪਾਤਸ਼ਾਹ ਲੈ ਕੇ ਆਏ। ਆਓ ਸੂਰਤ ਜੋੜ ਕੇ ਇੱਕ ਵਾਰ ਕਹੀਏ, ਮਹਾਰਾਜ ਆਸਨਾ ਤੇ ਵਿਰਾਜਮਾਨ ਨੇ ਗੁਰਤਾ ਗੱਦੀ ਵਾਲੇ ਦਿਨ, ਤੇ ਸ਼ਕਤੀ ਕਿਵੇਂ ਵਹਿ ਰਹੀ ਹੈ ਨੈਣਾ ਤੋਂ, ਜਿਹੜੀ ਅੰਦਰ ਪਾਪਾਂ ਦੀ ਮੈਲ ਨੂੰ ਪੁੱਟ ਕੇ ਬਾਹਰ ਕੱਢਦੀ ਏ ਤੇ ਸਾਡੇ ਅਗਿਆਨ ਨੂੰ ਅੰਦਰ ਅੰਧੇਰੇ ਨੂੰ ਰਹਿਣ ਨਹੀਂ ਦਿੰਦੀ। ਕਿਉਂਕਿ ਜਦੋਂ ਗੁਰੂ ਦਾ ਪ੍ਰਕਾਸ਼ ਹੁੰਦਾ ਤੇ ਹਨੇਰਾ ਤੇ ਹੋ ਹੀ ਨਹੀਂ ਸਕਦਾ। ਪ੍ਰਕਾਸ਼ ਤੇ ਹਨੇਰਾ ਦੋਨੋਂ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੇ। ਪ੍ਰਕਾਸ਼ ਨੂੰ ਹਨੇਰੇ ਬਾਰੇ, ਦੁੱਖ ਬਾਰੇ, ਤਕਲੀਫ ਬਾਰੇ, ਕਿਸੇ ਦਰਦ ਬਾਰੇ, ਚਾਨਣ ਨੂੰ ਕੁਝ ਨਹੀਂ ਪਤਾ। ਜੇ ਇੱਕ ਵਾਰੀ ਸੂਰਜ ਤੇ ਕਹਿੰਦੇ ਨੇ ਹਨੇਰੇ ਦੀ ਲੜਾਈ ਹੋਈ, ਮਤਲਬ ਹਨੇਰੇ ਨੇ ਜਾ ਕੇ ਪਰਮਾਤਮਾ ਨੂੰ ਕਿਹਾ ਵੀ ਸੂਰਜ ਨੂੰ ਕਹੋ ਮੈਨੂੰ ਟਿਕਣ ਨਹੀਂ ਦਿੰਦਾ, ਮੈਂ ਜਿੱਥੇ ਜਾ ਕੇ ਟਿਕਣਾ ਉੱਥੇ ਆ ਕੇ ਮੈਨੂੰ ਦੌੜਾ ਦਿੰਦਾ ਹੈ। ਤੇ ਜਦੋਂ ਪਰਮਾਤਮਾ ਦੇ ਦਰਗਾਹ ਦੇ ਵਿੱਚ ਸੂਰਜ ਨੇ ਕਿਹਾ ਮਹਾਰਾਜ ਮੈਂ ਤੇ ਅੱਜ ਤੱਕ ਹਨੇਰੇ ਨੂੰ ਵੇਖਿਆ ਹੀ ਨਹੀਂ, ਉਹ ਹੁੰਦਾ ਕਿਵੇਂ ਦਾ, ਮੈਂ ਉਹਨੂੰ ਕੀ ਦੌੜਾਉਣਾ ਹੈ, ਮੈਂ ਤੇ ਅੱਜ ਤੱਕ ਉਹਨੂੰ ਦੇਖਿਆ ਹੀ ਨਹੀਂ। ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰਾ ਹੋ ਨਹੀਂ ਸਕਦਾ, ਜਿੱਥੇ ਗੁਰੂ ਸਾਹਿਬ ਨੇ ਉੱਥੇ ਦੁੱਖ ਦਰਦ ਤਕਲੀਫ ਹੋ ਨਹੀਂ ਸਕਦੀ। ਤੇ ਕਹਿੰਦੇ ਐਵੇਂ ਦੀ ਸ਼ਕਤੀ ਵਹਿ ਰਹੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਮਲ ਜਨਮ ਜਨਮ ਦੀ ਕੱਟੀ ਹੈ। ਤੁਧ ਡਿੱਠੇ ਸੱਚੇ ਪਾਤਸ਼ਾਹ, ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਮਲ ਜਨਮ ਜਨਮ ਦੀ ਕੱਟੀ ਹੋਵੇ ਸਿਫਤ ਖਸਮ ਦੀ, ਹੋਵੇ ਸਿਫਤ ਖਸਮ ਦੀ। ਨੂਰ ਅਰਸੋਂ ਪੁਰਸੋਂ ਚੱਟੀ ਹੈ, ਨੂਰ ਅਰਸੋਂ ਪੁਰਸੋਂ ਚੱਟੀ ਹੈ। ਤੁਰ ਦਰਗਾਹ ਤੋਂ ਵੀ ਨੂਰ ਵਰਸ ਰਿਹਾ ਹੈ। ਇੰਨੀ ਉਪਮਾ, ਇੰਨੇ ਗੁਣਗਾਨ ਹੋ ਰਹੇ ਨੇ ਜਦੋਂ ਗੁਰੂ ਸਾਹਿਬ ਨੂੰ ਐਵੇਂ ਗੁਰਤਾ ਗੱਦੀ ਤੇ ਵਿਰਾਜਮਾਨ ਕਰਵਾਇਆ ਗਿਆ। ਤੇ ਅੱਜ ਜੋ ਉਹਨਾਂ ਨੇ ਕਮਾਈ ਕੀਤੀ ਸੀ ਨਾ, ਇਹ ਜਿਹੜੀ ਦੱਬ ਦੀ ਚਟਾਈ ਤੇ ਉਹ ਜਿਹੜੀ ਲੂਣ ਭੇਟ ਕੀਤਾ ਸੀ, ਉਹਦੇ ਵੀ ਗੁਣਗਾਨ ਹੋ ਰਿਹਾ। ਕਹਿੰਦੇ ਨੇ ਵੀ ਜਿਹੜੀ ਇਹ ਗੁਰ ਜੋ ਕਾਰ ਕਮਾਈ ਨਾ ਗੁਰੂ ਅੰਗਦ ਪਾਤਸ਼ਾਹ ਨੇ, ਉਹ ਪਟ ਸਾਹਿਬਾਨ ਕਹਿੰਦੇ ਨੇ ਉਹ ਕਿਵੇਂ ਜਿਹੜੀ ਕਮਾਈ ਹੈ, ਕਦੇ ਜੋ ਗੁਰ ਫਰਮਾਇਆ ਉਹੀ ਕੀਤਾ ਜੋ ਗੁਰੂ ਨੇ ਫਰਮਾਇਆ। ਜੋਗ ਸਿਲ ਅਲੂਣੀ ਚੱਟੀਏ, ਜਿਹੜੀ ਅਲੂਣੀ ਸਿਲ ਸੀ ਨਾ ਉਹ ਆਪ ਚੱਟੀ। ਅਲੂਣੀ ਜਿਹਦੇ 'ਚ ਨਮਕ ਨਹੀਂ, ਬੇਸਵਾਦੀ ਸਿਲ। ਜਦੋਂ ਅਸੀਂ ਭਗਤੀ ਦੇ ਰਸਤੇ ਤੇ ਹੁਕਮ ਦੇ ਰਸਤੇ ਚੱਲਦੇ ਹਾਂ ਤੇ ਪਹਿਲੇ ਚੱਲਦੇ ਹੀ ਥੋੜਾ ਨਾ ਸਾਨੂੰ ਕੋਈ ਸਵਾਦ ਰਸ ਆਉਣ ਲੱਗ ਜਾਂਦੇ ਨੇ, ਕੋਈ ਸਾਡੀ ਸੁਰਤ ਇੱਕਦਮ ਤੇ ਨਹੀਂ ਜੁੜ ਜਾਂਦੀ ਨਾ, ਪਹਿਲੇ ਬੇਸਵਾਦੀ ਹੁੰਦੀ ਹੈ। ਸਾਨੂੰ ਬੈਠਦੇ ਹੀ ਸਾਡਾ ਗੋਡਾ ਵੀ ਦੁਖਦਾ ਹੈ, ਸਾਨੂੰ ਵਾਸੀਆਂ ਵੀ ਆਉਂਦੀਆਂ ਨੇ, ਸਾਨੂੰ ਘਰ ਦੇ ਕੰਮ ਵੀ ਚੇਤੇ ਆਉਂਦੇ ਨੇ। ਜੇ ਅਸੀਂ ਜ਼ਬਰਦਸਤੀ ਸੰਗਤ ਵਿੱਚ ਆ ਕੇ ਬੈਠਦੇ ਨੇ ਸਾਨੂੰ ਘਰ ਦਾ ਚੇਤਾ ਆਉਂਦਾ ਰਹਿੰਦਾ। ਇਹ ਪਹਿਲੇ ਅਲੂਣੀ ਸਿਲ ਕਹਿੰਦੇ ਨੇ ਚਟਣੀ ਪੈਂਦੀ ਹੈ ਜੋਗ ਵਾਸਤੇ, ਮਿਲਾਪ ਵਾਸਤੇ। ਫਿਰ ਉਸ ਤੋਂ ਬਾਅਦ ਜਿਹੜੇ ਸਾਰੇ ਰਸ ਨੇ, ਬਰਕਤਾਂ ਨੇ ਬਾਅਦ ਵਿੱਚ ਮਿਲਦੀਆਂ ਨੇ। ਤੇ ਇਹ ਗੁਰੂ ਅੰਗਦ ਪਾਤਸ਼ਾਹ ਨੇ 7 ਸਾਲ ਅਲੂਣੀ ਸਿਲ ਜਿਹੜੀ ਉਹ ਚੱਟੀ ਹੈ। ਤੇ ਕਰਕੇ ਜਿਹੜਾ ਇਸ ਜਿਹੜੇ ਗੁਰੂ ਨਾਨਕ ਦਾ ਰੂਪ ਹੋ ਗਏ ਨੇ। ਤੇ ਇਹ ਜਦੋਂ
ਭਾਈ ਜੋਧ ਜੀ ਨੂੰ ਪਤਾ ਚੱਲਦਾ ਹੈ ਨਾ, ਭਾਈ ਜੋਧ ਜੀ ਬੜੇ ਹੈਰਾਨ ਹੁੰਦੇ ਨੇ ਕਿ ਪੰਕਤੀਆਂ ਮੈਂ ਸੁਣਾਈਆਂ ਗੁਰੂ ਨਾਨਕ ਦੇ ਘਰ ਦੀਆਂ, ਮੈਂ ਭਾਈ ਲਹਿਣੇ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜਿਆ, ਮੈਂ ਇੰਨੀ ਸੰਗਤ ਨੂੰ ਜੋੜਦਾ ਵਾਂ, ਤੇ ਜਿਹੜੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦਾ ਰੂਪ ਗੁਰੂ ਅੰਗਦ ਪਾਤਸ਼ਾਹ ਬਣ ਗਏ ਨੇ, ਮੈਂ ਉੱਥੇ ਦਾ ਉੱਥੇ ਹੀ ਰਹਿ ਗਿਆ ਵਾਂ। ਕਈ ਵਾਰੀ ਸੁਣਾਉਣ ਵਾਲਾ ਨਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ, ਜਿਹੜਾ ਸੁਣਦਾ ਹੈ ਉਹ ਕਮਾਈ ਕਰਕੇ ਅੱਗੇ ਨਿਕਲ ਜਾਂਦਾ ਹੈ। ਇਹਨੂੰ ਅਸੀਂ ਕਹਿੰਦੇ ਸੁਣਤੇ ਪੁਨੀਤ ਕਹਤੇ ਪਵਿੱਤ, ਕਹਿਣ ਵਾਲਾ ਜਿਹੜਾ ਉਹ ਪਵਿੱਤ ਹੈ, ਔਰ ਜਿਹੜਾ ਸੁਣਨ ਵਾਲਾ ਹੈ ਉਸ ਤੋਂ ਵੀ ਉੱਪਰ ਪੁਨੀਤ ਹੋ ਜਾਂਦਾ। ਕਹਿੰਦੇ ਕਿ ਮੈਂ ਉੱਥੇ ਹੀ ਰਹਿ ਗਿਆ ਵਾਂ ਤੇ ਉੱਥੇ ਚਲੇ ਗਏ ਨੇ। ਤੇ ਇਹ ਸੋਚ ਕੇ ਮਨ ਵਿੱਚ ਬੜਾ ਵੈਰਾਗ ਆਉਂਦਾ ਹੈ ਕਿ ਆਪਣੀ ਬ੍ਰਾਹਮਣ ਕੁਲ ਤੋਂ ਹੁੰਦੇ ਨੇ ਭਾਈ ਜੋਧ ਜੀ, ਆਪਣੀ ਜਾਤ ਦਾ ਨਾ ਬੜਾ ਅਭਿਮਾਨ ਵੀ ਹੁੰਦਾ ਹੈ। ਤੇ ਉਹ ਸੋਚਦੇ ਨੇ ਕਿ ਮੈਂ ਜਾ ਕੇ ਗੁਰੂ ਨਾਨਕ ਦੇ ਘਰ ਗੁਰੂ ਅੰਗਦ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਾਂ, ਸੇਵਾ ਵਿੱਚ ਜੋੜਾਂ, ਤੇ ਆਪਣੀ ਜਿਹੜੀ ਮੈਲ ਅੰਦਰ ਭਰੀ ਪਈ ਹੈ ਨਾ ਹਉਮੈ ਦੀ, ਤੇ ਆਪਣੀ ਜਾਤ ਦੇ ਅਹੰਕਾਰ ਦੀ, ਉਹਨੂੰ ਦੂਰ ਕਰਾਂ। ਇਹ ਜਾਣ ਕੇ ਇੱਥੋਂ ਚਾਲੇ ਪਾਉਂਦੇ ਨੇ। ਤੇ ਉੱਥੇ ਗੁਰੂ ਅੰਗਦ ਪਾਤਸ਼ਾਹ ਨੂੰ ਗੁਰੂ ਸਾਹਿਬ ਹੁਕਮ ਕਰਦੇ ਨੇ ਕਿ ਖਡੂਰ ਸਾਹਿਬ ਜਾਓ। ਫੇਰ ਵਸਾਇਆ ਜਿਹੜਾ ਫੇਰੂਆਨ ਸਤਿਗੁਰੂ ਖਡੂਰ, ਫੇਰੂ ਜੀ ਦੇ ਪੁੱਤਰ ਨੇ ਭਾਈ ਗੁਰੂ ਅੰਗਦ ਦੇਵ ਜੀ ਨੇ ਫਿਰ ਖਡੂਰ ਸਾਹਿਬ ਵਸਾਇਆ ਤੇ ਉੱਥੇ ਆ ਕੇ ਸੇਵਾ ਕੀਤੀ। ਗੁਰਤਾ ਗੱਦੀ ਦੀ ਜਿਹੜੀ ਸੇਵਾ ਹੈ ਨਾ ਉਹ ਖਡੂਰ ਸਾਹਿਬ ਆ ਕੇ ਕੀਤੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਨੂੰ ਜਿਹੜੀ ਉਹ ਲੰਗਰ ਦੀ ਕੜਛੀ ਦਿੱਤੀ ਕਿ ਤੁਸੀਂ ਲੰਗਰ ਦੀ ਸੇਵਾ ਕਰਨੀ ਹੈ। ਤੇ ਬਲਵੰਤ ਖੀਵੀ ਨੇਕ ਜਨ, ਇੱਕੋ ਹੀ ਮਹਿਲ ਦਾ ਨਾਮ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਹਾਜ਼ਰ ਹੈ ਕਿ ਬਈ ਮਾਤਾ ਖੀਵੀ ਜੀ ਨੇ ਜਿਹੜੀ ਬੜੇ ਨੇਕ ਜਨ ਨੇ, ਤੇ ਉਹਨਾਂ ਨੇ ਲੰਗਰ ਦੀ ਜਿਹੜੀ ਦੌਲਤ ਵੰਡੀ ਹੈ, ਤੇ ਉਹ ਜਿਹੜੇ ਨੇ ਸਭ ਨੂੰ ਛਾਂ ਦਿੰਦੇ ਨੇ। ਕੋਈ ਵੀ ਦੁਖਿਆਰਾ ਆਉਂਦਾ ਉਹਨੂੰ ਛਾਂ ਦਿੰਦੇ ਨੇ। ਤੇ ਖੀਰ ਦਾ ਪ੍ਰਸ਼ਾਦ ਬੜੇ ਉਹਦੇ ਨਾਲ ਚਾਹ ਨਾਲ ਤਿਆਰ ਕਰਵਾਉਂਦੇ ਨੇ, ਜਿਹੜੇ ਸੰਗਤ ਨੂੰ ਆਪਣੀ ਹੱਥੀਂ ਸੇਵਾ ਕਰਕੇ ਵਰਤਾਉਂਦੇ ਨੇ। ਵੀ ਜਿਹੜੇ ਮਾਤਾ ਖੀਵੀ ਜੀ ਨੇ ਗੁਰੂ ਦੇ ਮਹਿਲ ਨੇ ਉਹ ਲੰਗਰਾਂ ਦੀ ਸੇਵਾ ਕਰ ਰਹੇ ਨੇ, ਤੇ ਗੁਰੂ ਸਾਹਿਬ ਜਿਹੜੇ ਨੇ ਉਹ ਸਿੱਖੀ ਦੀ ਜਿਹੜੀ ਆਤਮਾ ਦੀ ਖੁਰਾਕ ਹੈ, ਸ਼ਬਦ ਦੀ ਖੁਰਾਕ ਹੈ, ਉਹਦੀ ਸੇਵਾ ਕਰ ਰਹੇ ਨੇ। ਗੁਰੂ ਅੰਗਦ ਪਾਤਸ਼ਾਹ ਨੇ ਪੰਜਾਬੀ ਵਿੱਚ ਗੁਰਮੁਖੀ ਅੱਖਰਾਂ ਨੂੰ ਇੱਕ ਰੂਪ ਰੇਖਾ ਦੇ ਕੇ ਗੁਰਮੁਖੀ 35 ਅੱਖਰੀ ਜਿਵੇਂ ਤਿਆਰ ਕਰਵਾਈ, ਸਕੂਲ ਖੋਲ੍ਹੇ, ਸਿੱਖਾਂ ਨੂੰ ਬੱਚਿਆਂ ਨੂੰ ਪੜ੍ਹਾਇਆ ਤਾਂ ਕਿ ਉਹਨਾਂ ਨੂੰ ਬਾਣੀ ਸਮਝ ਆਏ। ਤਾਂ ਹੀ ਕਰਕੇ ਅੱਜ ਅਸੀਂ ਗੁਰੂ ਅੰਗਦ ਪਾਤਸ਼ਾਹ ਦੇ ਨਾਮ ਤੋਂ ਗੁਰਬਾਣੀ ਦਿਵਸ ਮਨਾਉਂਦੇ ਹਾਂ। ਇਹ ਗੁਰਬਾਣੀ ਦੀ ਜਿਹੜੀ ਰੂਪ ਰੇਖਾ ਉਹਨਾਂ ਨੇ ਤਿਆਰ ਕੀਤੀ, 35 ਅੱਖਰੀ ਦੀ ਗੁਰਮੁਖੀ ਦੀ ਜਿਹੜੀ ਰੂਪ ਰੇਖਾ ਤਿਆਰ ਕੀਤੀ, ਇਹਨੂੰ ਅਸੀਂ ਗੁਰਬਾਣੀ ਦਿਵਸ ਦੇ ਰੂਪ ਵਿੱਚ ਮਨਾ ਰਹੇ ਹਾਂ। ਸਿਰਫ ਗੁਰੂ ਸਾਹਿਬ ਨੇ ਇਹ ਨਹੀਂ ਕਿ ਬਈ ਸਿੱਖੀ ਨੂੰ ਕਮਾਣਾ ਹੈ, ਗੁਰਬਾਣੀ ਸਰੀਰ ਵਿੱਚੋਂ ਵੀ ਤੁਸੀਂ ਚੁਸਤ ਹੋਣੇ ਚਾਹੀਦੇ ਹੋ। ਮੱਲ ਅਖਾੜੇ ਇਹ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਕਿ ਮੱਲ ਅਖਾੜੇ ਖੋਲ੍ਹਣੇ, ਕੁਸ਼ਤੀਆਂ ਕਰਾਉਣੀਆਂ, ਕਿ ਸਿੱਖ ਜਿਹੜਾ ਹੈ ਉਹ ਹਰ ਪੱਖੋਂ ਮਜ਼ਬੂਤ ਹੋਣਾ ਚਾਹੀਦਾ, ਦਿਮਾਗ ਪੱਖੋਂ, ਸੁਰਤ ਪੱਖੋਂ, ਸਰੀਰ ਪੱਖੋਂ, ਹਰ ਪੱਖੋਂ ਚੜ੍ਹਦੀ ਕਲਾ ਵਾਲਾ ਹੋਣਾ ਚਾਹੀਦਾ। ਕਹਿੰਦੇ ਇੱਕ ਵਾਰੀ ਹਿਮਾਯੂ ਆਇਆ, ਸ਼ੇਰਸ਼ਾਹ ਸੂਰੀ ਕੋਲੋਂ ਹਾਰ ਕੇ ਆਇਆ ਸੀ ਹਿਮਾਯੂ, ਤੇ ਕਿਸੇ ਨੇ ਦੱਸਿਆ ਕਿ ਤੁਸੀਂ ਜਾ ਕੇ ਨਾ ਗੁਰੂ ਅੰਗਦ ਪਾਤਸ਼ਾਹ ਕੋਲੋਂ ਆਸ਼ੀਰਵਾਦ ਲਓ। ਜਦੋਂ ਐਵੇਂ ਮਹਾਰਾਜ ਦੀ ਬੜੀ ਉਪਮਾ ਸੁਣੀ ਤੇ ਆਸ਼ੀਰਵਾਦ ਲੈਣ ਵਾਸਤੇ ਜਦੋਂ ਹਾਜ਼ਰ ਹੋਇਆ ਖਡੂਰ ਸਾਹਿਬ, ਤੇ ਗੁਰੂ ਸਾਹਿਬ ਉਸ ਸਮੇਂ ਬੱਚਿਆਂ ਨੂੰ ਪੜ੍ਹਾ ਰਹੇ ਸੀ, ਔਰ ਬੜੇ ਪ੍ਰੇਮ ਨਾਲ ਬੱਚਿਆਂ ਨੂੰ ਬੱਚੇ ਬਣ ਕੇ ਪੜ੍ਹਾ ਰਹੇ ਸੀ ਕਿ ਜਿਵੇਂ ਬੱਚਿਆਂ ਨੂੰ ਉਤਸੁਕਤਾ ਵੀ ਹੋਏ ਔਰ ਬੱਚੇ ਪੜ੍ਹਨ ਵੀ। ਤੇ ਆ ਕੇ ਵੇਖਿਆ ਨਾ ਤੇ ਖੜਾ ਰਿਹਾ, ਮਹਾਰਾਜ ਨੇ ਨਹੀਂ ਵੇਖਿਆ ਤੇ ਆਪਣਾ ਹਉਮੈ ਜਾਗ ਗਈ ਅੰਦਰ। ਕਹਿੰਦਾ ਮੈਂ ਅਕਸਰ ਹਾਰ ਕੇ ਆਇਆ ਵਾਂ, ਪਰ ਹੈ ਤੇ ਮੈਂ ਰਾਜਾ, ਸੈਨਾ ਮੇਰੇ ਨਾਲ ਏ, ਮੇਰੇ ਨਾਲ ਮੇਰੇ ਸੇਵਕ ਨੇ, ਕੋਈ ਆਦਰ ਹੀ ਨਹੀਂ ਕਿ ਮੈਨੂੰ ਦੇਖਣ ਖੜੇ ਹੋ ਕੇ ਮੇਰਾ ਕੋਈ ਆਦਰ ਕਰਨ, ਮੇਰਾ ਕੋਈ ਆਦਰ ਹੀ ਨਹੀਂ। ਤੇ ਜਦੋਂ ਗੁੱਸਾ ਆਪਣਾ ਕਾਬੂ 'ਚ ਨਹੀਂ ਰਿਹਾ ਨਾ, ਤੇ ਕਿਰਪਾਨ ਦੇ ਦਸਤੇ ਨੂੰ ਹੱਥ ਪਾਇਆ। ਜਦੋਂ ਕਿਰਪਾਨ ਦੇ ਦਸਤੇ ਨੂੰ ਹੱਥ ਪਾਇਆ ਤੇ ਗੁਰੂ ਅੰਗਦ ਪਾਤਸ਼ਾਹ ਨੇ ਮੂੰਹ ਚੁੱਕ ਕੇ ਉੱਪਰ ਕਿਹਾ ਆਪਣਾ, ਕਹਿੰਦੇ ਹਿਮਾਯੂ ਜਿੱਥੇ ਤੇ ਬਿਆਨ 'ਚੋਂ ਕਿਰਪਾਨ ਕੱਢਣੀ ਸੀ ਉੱਥੇ ਤੂੰ ਕਿਰਪਾਨ ਪਾ ਕੇ ਮਿਆਨ ਦੇ ਅੰਦਰ ਤੇ ਇੱਥੇ ਆ ਗਏ। ਜਿੱਥੇ ਜੰਗ ਦੇ ਮੈਦਾਨ 'ਚ ਕੱਢਣੀ ਸੀ ਉੱਥੇ ਹਾਰ ਕੇ ਤੇ ਦੌੜ ਕੇ ਵਾਪਸ ਆ ਗਏ ਹੈ, ਤੇ ਜਿੱਥੇ ਹੁਣ ਮਿਆਨ ਦੇ ਅੰਦਰ ਰੱਖਣੀ ਹੈ ਉੱਥੇ ਤੂੰ ਕੱਢਣ ਲਗਾਇਆ ਕਿਰਪਾਨ। ਇਹ ਸੁਣ ਕੇ ਤੇ ਹਿਮਾਯੂ ਬੜਾ ਸ਼ਰਮਸਾਰ ਹੋਇਆ, ਉਹਦੀ ਹਉਮੈ ਨੂੰ ਸੱਟ ਵੱਜੀ ਤੇ ਉਹ ਫਿਰ ਚਰਨਾਂ ਵਿੱਚ ਝੁਕ ਗਿਆ ਮਹਾਰਾਜ ਦੇ। ਮਹਾਰਾਜ ਨੇ ਸਿੱਖੀ ਦੀ ਸੇਵਾ ਬੜੀ ਕਮਾਈ, ਔਰ ਇਹ ਕਿਹਾ ਸਾਰੇ ਜੋ ਆਪਣਾ ਉਪਦੇਸ਼ ਦਿੱਤਾ ਉਹ ਰਜ਼ਾ ਵਿੱਚ ਰਹਿਣ ਦਾ, ਹੁਕਮ ਪਾਲਣਾ ਦਾ, ਸੇਵਾ ਦਾ, ਨਿਮਰਤਾ ਦਾ ਤੇ ਐਵੇਂ ਗੁਣ ਕਮਾਇਆ ਮਹਾਰਾਜ ਨੇ ਕਿ ਖਡੂਰ ਸਾਹਿਬ ਦੀ ਜਦੋਂ ਸੰਗਤ ਨੇ ਕਿਹਾ ਤਾਂ ਨਾ ਮਹਾਰਾਜ ਸਾਧੂ ਕਹਿੰਦਾ ਵੀ ਤੇ ਤੁਸੀਂ ਗ੍ਰਸਤੀ ਸਾਹਿਬ ਤੁਸੀਂ ਹੈਗੇ ਹੋ ਤੇ ਇੱਥੇ ਵਰਖਾ ਤਾਂ ਨਹੀਂ ਹੋ ਰਹੀ। ਮਹਾਰਾਜ ਨੇ ਕੁਝ ਨਹੀਂ ਕਿਹਾ, ਚੁੱਪਚਾਪ ਉੱਥੋਂ ਚਲੇ ਗਏ ਖਡੂਰ ਸਾਹਿਬ ਤੋਂ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਚੱਲਿਆ, ਜਦੋਂ ਫਿਰ ਦੁਬਾਰਾ ਵਾਪਸ ਬੁਲਵਾਇਆ ਤੇ ਉੱਥੇ ਸੰਗਤਾਂ ਨੂੰ ਸਮਝਾਇਆ, ਵਰਖਾ ਹੋਈ, ਬਾਬਾ ਬੁੱਢਾ ਜੀ ਨੇ ਵੀ ਸਮਝਾਇਆ। ਤੇ ਫਿਰ ਜਦੋਂ ਸੰਗਤ ਨੇ ਜਾ ਕੇ ਕਿਹਾ ਨਾ ਕਿ ਮਹਾਰਾਜ ਤੁਸੀਂ ਵਾਪਸ ਆ ਜਾਓ,
महाराज ने एक बारी नहीं कहा तुसीं मैनूं उत्थों पहले जाण वास्ते कहा सी खडूर साहब तो मैनूं वापस कह रहे हो, उवें ही चुपचाप आके वापस खडूर साहब आ गए। इन्नी निमरता का गुण महाराज ने धारण किया होया सी। ते हुण जदों भाई जोध जी संगत विच आंदे रहे ना, समा उपर हो गया, मैं गल पूरी करा कि नहीं? जदों भाई जोध जी संगत विच आंदे ने, मेरी गल रह गई, तुहाडे संगत का हुक्म होए तो मैं पूरी करा, नहीं तो मैं छोड़ दा। ते जदों भाई जोध जी ते संगत विच आंदे ने ते ओह लंगरां दे हाल विच सेवा करते हैं। कहते हैं पत्तल जड़े ने ना जूठे, वो संगतां दे सारे इकट्ठे करके अपने हत्थी उन्होंने जूठ उतार के एक पासे इकट्ठे करते हैं, पत्तल एक पासे इकट्ठे करते हैं, तो वो जूठ विचों भोजन छकते हैं। जूठ विचों भोजन छकते हैं तो जो सिखां विच गल फैल जाती है कि भाई जोध जी जूठ छकते हैं। तो जदों ये गल फैलती है तो सिखां ने माता खीवी जी नूं कहा, तो माता खीवी जी ने कहा भी भाई जोध जी तुसीं सिख हो तो तुहानूं नहीं शोभदा, सिख जिहड़ा वो जूठ नहीं छकदा, सुचतम रखदा है। तो अगों माता जी नूं कहंदे ने कि माता जी मेरे अंदर तो इन्ना मैल है ना कि मैं गुरसिखां दी जूठ नाल इस मैल नूं धोना है। मैनूं अपनी जात दा मैनूं किन्ना ही गुमान सी कि बई पाई लैणे नूं ते मैं दर घर नाल जोड़िया है, मैं अपने अंदर दी मैल नूं जूठ नाल धोना है। हुण माता खीवी जी दी जदों गल नहीं मन्नी ना, फिर माता खीवी जी ने बाबा बुढ़ा साहब जी नूं कहा, तो बाबा बुढ़ा साहब जी ने भी समझाया, असी शॉर्टकट भी चलते हैं, बाबा बुढ़ा साहब जी ने भी समझाया कि सिख नूं नहीं शोभदा बई तुसी इस तरह ना करो। तो कहते हैं नहीं मैं अपने अंदर की मैल धोनी है। बाबा बुढ़ा साहब जी ने एक बार कहा मैल तो गुरसिखां की चरण धूल नाल भी धुल जाती है, भी एक गुरसिख की चरण धूल नाल भी धुल जाती है, पर भाई जोध जी नूं नहीं समझ आई। फिर बाबा बुढ़ा साहब जी ने गुरु साहब को जाके कहा, तो गुरु साहब आके एक दिन जिथे भाई जोध जी पतला साफ करते पे सी ना, गुरु अंगद पातशाह आप उत्थे आ गए तो भाई जोध जी के कोल बैठ गए, तो भाई जोध जी के नाल पतला साफ करन लग गए, जूठ उठाण लग गए। कहते गुरु साहब तुसीं ये की करते पे हो, तुसीं इत्थे किवें, आप जी नूं नहीं शोभदा महाराज, आप जी इंज ना करो। कहते तुसीं भी तो कर रहे हो, जे तुसीं जूठ छक्कण लगे हो तो मैं भी जूठ छक्कांगा। कहते नहीं महाराज तुसीं नहीं छक्को, मैं तो अपनी मैल धोनी है। तो फिर गुरु साहब कहते नहीं मैं भी जूठ छक्कांगा, जिहड़ी जूठ तुसीं छक रहे हो वो मैनूं ही तो पहुँच रही है ना, तुसीं मैनूं जूठा पहले ही खवा रहे हो। तो जो एवें दा प्यार वेख्या ना, तो भाई जोध जी चरणा च गिर गए, कहते महाराज मेरे नाल इन्ना प्यार, इन्ना मेरे नाल तुसीं प्यार करदे हो कि तुसीं कह रहे हो कि जो मैं छकदा वो तुहानूं मिलदा है, तुसीं मेरा छकिया, मेरा दुख सुख मान अपमान सब तुसीं लै रहे हो अपने उपर, तुसीं इन्ना मेरे नाल प्रेम कर रहे हो। तो चरणा विच गिर गए, कहते महाराज मैं तो अपनी मैल धोनी सी, मेरे अंदर बड़ी मैल है कि मैं आप जी नूं इस दर घर नाल लगाया, मैं काम कीता, मैं संगत नूं जोड़िया। तो गुरु साहब ने कहा भाई बुढ़ा साहब जी की चरण धूल लैके ना अपने मत्थे नाल लगा लो, तुहाडी मैल धुल जाएगी। हुण गुरु साहब ने ऐ तो नहीं कहा ना कि अपना नहीं जड़ाया कि मेरी चरण धूल लै लो, कहते गुरसिखां दी बाबा बुढ़ा साहब की चरण धूल लै लो तो अपने मस्तक को ला लो, आप दी मैल उतर जाएगी। चरण धूड़ का मतलब नम्रता भी होंदा है जो असीं सुनते हैं, पर चरण धूड़ भी होंदी है। जो असीं कहते गुरु सतगुर का जो सिख गाए सो भलके उठर नाम ते आए, वो अखीरली पंक्ति शब्द की की पढ़ते हैं, जन नानक धूड़ मंगे तिस गुर सिख की, जो आप जपै अवरा नाम जपै। गुरु साहब के अंदर पंक्ति दर्शन करते हैं, गुरु नानक पातशाह कहते हैं दान महिंडा तली खाक मिले तो मस्तक लाइए। जे तली होंदी है पैरों की तली, पैरों की तली की खाक मिले वो दान मिले, तो गुरु नानक पातशाह कहते हैं मैं मस्तक नूं लावां, कूड़ा लालच छड्डिए कोई एक मन अलख धियाइए, भी ये कूड़ा लालच छुट जाता है। जिहड़ी चरणा की धूड़ असीं मस्तक नूं लांदे हां, जिवें एक मशीन विच मदरपोर्ड हुंदा है ना, साडा मदरपोर्ड इत्थे सारा मशीनरी फिट है, दसम द्वार इत्थे इत्थे ही साडा सारा भाग लिखिया मत्थे दी लकीरां, जदों इत्थे लगांदे हां ते जिहड़ी भरीए मत पापा के संग वो तोपे नावे के रंग, ते वो बंदगी वाले पुरुष की चरण धूड़ विच भी इन्नी ताकत होंदी है कि वो लगाण नाल जिहड़ी साडी मत है ना वो बदलण लग जाती है, साडे लेख बदलदी है। इसे करके साडी संस्कृति विच पैरां नूं छू के ते मत्थे ते हत्थ लगाण दी परंपरा सी भी साडे लेख आशीर्वाद बदलण। असीं किसी कोलों आशीर्वाद लैणा है, कोई दात लैणी झुक के ही लैणी है ना, असीं पहले झुक के चरणों में मत्था टेकते हैं, फिर अपने मत्थे नाल लांदे हैं कि असीं दात मिले आशीर्वाद मिले। ये परंपरा तां चली सी। कहंदे कि क्या कि चरण धूड़ नाल तुहाडी जिहड़ी हैगी है गुरसिखां की हर धूड़ दे हम पापी भी गत पाए। ये पापां दी जिहड़ी गत है तुसीं लोड़दे हो कि मेरे मन की मैल दूर होए, वो मैल आप जी की दूर हो जाएगी। तो भाई जोध जी की मैल गुरु साहब ने एवें दूर की।
ਗੁਰੂ ਸਾਹਿਬ ਦੀਆਂ ਬੇਅੰਤ ਬਖਸ਼ਿਸ਼ਾਂ ਨੇ ਮਹਾਰਾਜ ਕਿਰਪਾ ਕਰਨ, ਸੰਗਤ ਬਖਸ਼ਿੰਦ ਨੇ, ਗੁਰੂ ਸਾਹਿਬ ਬਖਸ਼ਿੰਦ ਨੇ, ਕੋਈ ਭੁੱਲਾ ਨਾ ਚਿਤਾਰਨਾ ਜੀ। ਆਪ ਜੀ ਦੀ ਅਸੀਸ ਰਹੇ ਸਦਾ, ਐਵੇਂ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਅਸੀਂ ਸੰਗਤ ਦਾ ਨਿੱਘ ਜਿਹੜਾ ਉਹ ਮਾਣਦੇ ਰਹੀਏ। सजदे दीवान रहे गुरु महाराज की, झूलते निशान रहे वाहिगुरु जी का खालसा वाहिगुरु जी की फतेह। राम कली।